मैं अपनी बेटी ਨੂੰ ਆਵਾਜ਼ ਦੇ ਰਹੀ ਸੀ। ਸਵੇਰ ਦੇ 9 ਵੱਜ ਚੁੱਕੇ ਸਨ, ਪਰ ਰੇਨੋ ਅਜੇ ਤੱਕ ਨਹੀਂ ਜਾਗੀ ਸੀ। ਮੈਂ ਅੱਜ ਕੱਲ੍ਹ ਉਸ ਕਰਕੇ ਬਹੁਤ ਪਰੇਸ਼ਾਨ ਰਹਿੰਦੀ ਸੀ। ਉਸ ਦੇ ਨਾ ਪੜ੍ਹਨ ਕਰਕੇ ਬਹੁਤ ਪਰੇਸ਼ਾਨ ਸੀ, ਜਿਸ ਕਰਕੇ ਮੈਂ ਉਸ ਨੂੰ ਹੋਸਟਲ 'ਚ ਪਾ ਦਿੱਤਾ ਸੀ। ਉਹ ਛੁੱਟੀਆਂ 'ਚ ਘਰ ਰਹਿਣ ਲਈ ਆਈ ਸੀ। ਮੈਨੂੰ ਲੱਗਾ ਜਿਵੇਂ ਮੇਰੀ ਬੇਟੀ 'ਤੇ ਕਿਸੇ ਜਿੰਨ ਜਾਂ ਭੂਤ ਦਾ ਸਾਇਆ ਹੋਵੇ। ਇਸ ਤੋਂ ਪਹਿਲਾਂ ਉਹ ਹਮੇਸ਼ਾ ਮੇਰੇ ਕੋਲ ਸੌਂਦੀ ਸੀ। ਜਦੋਂ ਉਹ ਘਰ ਆਈ ਤਾਂ ਥੋੜ੍ਹੀ ਬਦਲੀ ਲੱਗੀ ਅਤੇ ਹੁਣ ਉਹ ਅੱਡ ਕਮਰੇ ਸੌਣ ਲੱਗੀ। ਕੁਝ ਮਹੀਨਿਆਂ ਤੋਂ ਸਾਨੂੰ ਲੱਗ ਰਿਹਾ ਸੀ ਕਿ ਮੇਰੀ ਧੀ ਮੇਰੇ ਤੋਂ ਕੁਝ ਲੁਕਾ ਰਹੀ ਹੈ। ਸਵੇਰੇ ਵੀ ਜਦੋਂ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਤਾਂ ਉਹ ਦਰਵਾਜ਼ਾ ਬਹੁਤ ਦੇਰ ਨਾਲ ਖੋਲ੍ਹਦੀ ਅਤੇ ਘਬਰਾਈ ਹੋਈ ਹੁੰਦੀ। ਅੱਜ ਵੀ ਮੈਂ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਥੱਕ ਗਈ ਸੀ। ਫਿਰ ਆਵਾਜ਼ ਦਿੱਤੀ ਤਾਂ ਉਸਨੇ ਮਰੀ ਜਿਹੀ ਆਵਾਜ਼ ਕੱਢੀ ਅਤੇ ਦਰਵਾਜ਼ਾ ਖੋਲ੍ਹਿਆ ਤਾਂ ਚਿਹਰੇ 'ਤੇ ਅਜੀਬ ਜਿਹੀ ਥਕਾਵਟ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਉਹ ਬਹੁਤ ਪਰੇਸ਼ਾਨ ਸੀ। ਮੇਰੀ ਨਜ਼ਰ ਜਦੋਂ ਬੇਟੀ ਦੇ ਪੈਰਾਂ 'ਤੇ ਪਈ ਤਾਂ ਉਹ ਬਹੁਤ ਅਜੀਬ ਜਿਹੇ ਤਰੀਕੇ ਨਾਲ ਖੜ੍ਹੀ ਸੀ, ਜਿਵੇਂ ਉਹ ਕਿਸੇ ਤਕਲੀਫ 'ਚ ਹੋਵੇ। ਅੱਜ ਕਾਫੀ ਦਿਨਾਂ ਬਾਅਦ ਮੇਰੀ ਨਨਾਣ ਰੀਤ ਵੀ ਸਾਡੇ ਘਰ ਆਈ ਸੀ। ਉਸ ਦੇ ਵਿਆਹ ਨੂੰ ਕਾਫੀ ਸਾਲ ਹੋ ਗਏ ਸਨ ਅਤੇ ਮੇਰੇ ਪਤੀ ਦੀ ਇਕਲੌਤੀ ਭੈਣ ਵੀ ਸੀ, ਤਾਂ ਇਸ ਲਈ ਉਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਮੇਰੇ ਸੱਸ ਸਹੁਰਾ ਇਸ ਦੁਨੀਆ 'ਚ ਨਹੀਂ ਸਨ, ਫਿਰ ਵੀ ਉਹ ਆਉਂਦੀ ਰਹਿੰਦੀ ਸੀ। ਮੈਨੂੰ ਡਰ ਸੀ ਕਿਤੇ ਮੇਰੀ ਧੀ ਉਹਨਾਂ ਦੇ ਸਾਹਮਣੇ ਨਾ ਆ ਜਾਵੇ, ਅਤੇ ਜੇਕਰ ਉਸੇ ਹਾਲਤ 'ਚ ਆ ਗਈ ਤਾਂ ਮੇਰੀ ਨਨਾਣ ਜ਼ਰੂਰ ਕੋਈ ਨਾ ਕੋਈ ਗੱਲ ਕਰੇਗੀ। ਉਸ ਨੂੰ ਤਾਂ ਬਸ ਗੱਲ ਕਰਨ ਦਾ ਬਹਾਨਾ ਚਾਹੀਦਾ ਹੁੰਦਾ ਹੈ। ਉਸੇ ਵੇਲੇ ਮੇਰੀ ਨਨਾਣ ਨੇ ਪਿੱਛੋਂ ਆਵਾਜ਼ ਮਾਰੀ ਕਿ ਮੋਨਿਕਾ, ਤੇਰੀ ਧੀ ਨਹੀਂ ਦਿਸਦੀ, ਕੀ ਗੱਲ ਹੈ? ਮੈਨੂੰ ਕਿੰਨੇ ਦਿਨ ਹੋ ਗਏ ਉਸ ਨੂੰ ਮਿਲੇ ਹੋਏ। ਮੈਂ ਆਪਣੀ ਧੀ ਨੂੰ ਬਾਹਰ ਆਉਣ ਲਈ ਆਵਾਜ਼ ਮਾਰੀ ਤਾਂ ਉਹ ਲੰਗੜਾ ਕੇ ਚਲਦੀ ਹੋਈ ਸਾਹਮਣੇ ਆਈ। ਇਹ ਦੇਖ ਮੇਰੀ ਨਨਾਣ ਨੇ ਮੂੰਹ 'ਤੇ ਹੱਥ ਰੱਖ ਲਿਆ। ਮੋਨਿਕਾ, ਇਸ ਨੂੰ ਕੀ ਹੋ ਗਿਆ? ਇਹ ਲੰਗੜਾ ਕੇ ਕਿਉਂ ਚੱਲ ਰਹੀ ਹੈ? ਭਗਵਾਨ ਨਾ ਕਰੇ ਕਿਤੇ ਕੁਝ ਗਲਤ ਹੋ। ਮੇਰੀ ਨਨਾਣ ਦੀ ਗੱਲ ਸੁਣ ਮੇਰਾ ਕਾਲਜਾ ਬਾਹਰ ਆ ਗਿਆ, ਪਰ ਮੈਂ ਕਿਹਾ, ਰੀਤ, ਅਜਿਹੀ ਕੋਈ ਗੱਲ ਨਹੀਂ ਹੈ। ਅੱਜ ਮੇਰੀ ਧੀ ਦੀ ਤਬੀਅਤ ਕੁਝ ਠੀਕ ਨਹੀਂ ਹੈ। ਮੇਰੀ ਨਨਾਣ ਮੇਰੀ ਧੀ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੇਖੀ ਜਾ ਰਹੀ ਸੀ ਅਤੇ ਉਸ ਦੀ ਹਾਲਤ 'ਤੇ ਖੁਸ਼ ਹੋ ਰਹੀ ਸੀ। ਮੈਂ ਆਪਣੀ ਧੀ ਨੂੰ ਕਿਹਾ ਕਿ ਕਮਰੇ 'ਚ ਜਾ ਕੇ ਤਿਆਰ ਹੋ ਕੇ ਆ। ਕਾਫੀ ਸਮੇਂ ਬਾਅਦ ਮੇਰੀ ਧੀ ਬਾਹਰ ਨਾ ਆਈ ਤਾਂ ਮਜਬੂਰਨ ਮੈਨੂੰ ਹੀ ਉਸ ਦੇ ਕਮਰੇ 'ਚ ਜਾਣਾ ਪਿਆ, ਪਰ ਸਾਹਮਣੇ ਦਾ ਹਾਲ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਧੀ ਦੇ ਸਿਰਹਾਣੇ 'ਤੇ ਨਜ਼ਰ ਮਾਰੀ ਤਾਂ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਧੀ ਮੇਰੇ ਤੋਂ ਇੰਨੀ ਵੱਡੀ ਗੱਲ ਲੁਕਾ ਗਈ, ਪਰ ਉਸ ਵੇਲੇ ਰੀਤ ਮੈਨੂੰ ਬੁਲਾ ਰਹੀ ਸੀ, ਇਸ ਲਈ ਮੈਂ ਚੁੱਪ ਹੋ ਗਈ ਸੀ। ਮੈਂ ਆਪਣੀ ਧੀ ਨੂੰ ਕੋਈ ਸਵਾਲ ਨਾ ਕੀਤਾ। ਮੇਰੀ ਧੀ ਕਮਰੇ ਦੇ ਬਾਥਰੂਮ 'ਚ ਤਿਆਰ ਹੋ ਰਹੀ ਸੀ। ਥੋੜ੍ਹੀ ਦੇਰ ਬਾਅਦ ਉਹ ਬਾਹਰ ਆਈ ਤਾਂ ਉਸਨੇ ਬਹੁਤ ਹੀ ਸੋਹਣਾ ਸੂਟ ਪਾਇਆ ਹੋਇਆ ਸੀ, ਜਿਸ ਨੂੰ ਦੇਖ ਮੈਂ ਪਰੇਸ਼ਾਨ ਹੋ ਗਈ, ਕਿਉਂਕਿ ਇਹ ਕੱਪੜੇ ਤਾਂ ਮੈਂ ਉਸ ਨੂੰ ਲੈ ਕੇ ਹੀ ਨਹੀਂ ਦਿੱਤੇ ਸਨ। ਮੇਰੀ ਧੀ ਨੂੰ ਦੇਖ ਮੇਰੀ ਨਨਾਣ ਉਸ ਦੀ ਨਜ਼ਰ ਉਤਾਰਨ ਲੱਗੀ ਅਤੇ ਬੋਲੀ ਕਿ ਤੇਰੀ ਧੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ, ਬਹੁਤ ਸੋਹਣੀ ਧੀ ਹੈ। ਇਹ ਆਖ ਉਹ ਖਚਰੀ ਜਿਹੀ ਹਾਸੀ ਹੱਸਣ ਲੱਗੀ ਅਤੇ ਥੋੜ੍ਹੇ ਸਮੇਂ ਬਾਅਦ ਉੱਠ ਕੇ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੇਰਾ ਗੁੱਸਾ ਮੇਰੀ ਧੀ 'ਤੇ ਨਿਕਲਿਆ। ਮੈਂ ਉਸ ਨੂੰ ਕਿਹਾ ਕਿ ਇਹ ਕੱਪੜੇ ਕਿੱਥੋਂ ਲਿਆਈ ਹੈ? ਮੈਂ ਤਾਂ ਤੈਨੂੰ ਲੈ ਕੇ ਨਹੀਂ ਦਿੱਤੇ। ਮੇਰੀ ਗੱਲ ਸੁਣ। ਉਹ ਬੋਲੀ ਕਿ ਮਾਂ, ਤੁਸੀਂ ਵੀ ਕਮਾਲ ਕਰਦੇ ਹੋ। ਜਦੋਂ ਮੈਂ ਹੋਸਟਲ 'ਚ ਸੀ, ਮੇਰੀ ਇੱਕ ਸਹੇਲੀ ਜੋ ਬਹੁਤ ਹੀ ਅਮੀਰ ਹੈ, ਸ਼ੀਤਲ, ਉਸ ਬਾਰੇ ਤੁਹਾਨੂੰ ਦੱਸਿਆ ਤਾਂ ਸੀ। ਪਿਛਲੇ ਦਿਨੀਂ ਮੇਰੇ ਜਨਮ ਦਿਨ 'ਤੇ ਉਸਨੇ ਮੈਨੂੰ ਇਹ ਤੋਹਫੇ 'ਚ ਦਿੱਤੇ ਸਨ। ਮੈਂ ਰੀਤ ਦੇ ਸਾਹਮਣੇ ਤੇਥੋਂ ਪੁੱਛ ਲੈਂਦੀ ਤਾਂ ਕੀ ਹੁੰਦਾ। ਮੇਰੀ ਧੀ ਨੇ ਮੈਨੂੰ ਕੋਸਦੇ ਹੋਏ ਕਿਹਾ ਕਿ ਰੀਤ ਆਂਟੀ ਇੰਨੀ ਵੀ ਬੁਰੀ ਨਹੀਂ ਹੈ ਜਿੰਨੀ ਤੁਸੀਂ ਉਸਨੂੰ ਸਮਝਦੇ ਹੋ। ਮੈਂ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਗੁੱਸਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਚੁੱਪਚਾਪ ਆਪਣੇ ਕੰਮਾਂ 'ਚ ਬਿਜ਼ੀ ਹੋ ਗਈ, ਪਰ ਇੱਕ ਦਿਨ ਅਜੀਬ ਘਟਨਾ ਵਾਪਰੀ। ਉਸ ਦਿਨ ਮੇਰੀ ਧੀ ਹੋਸਟਲ 'ਚ ਨਹੀਂ ਰਹੀ ਅਤੇ ਘਰ ਹੀ ਆਈ ਗਈ।
ਉਸਨੇ ਕਿਹਾ ਕਿ ਉਹ ਬਹੁਤ ਥੱਕ ਗਈ ਹੈ, ਆਰਾਮ ਕਰਨਾ ਚਾਹੁੰਦੀ ਹੈ। ਉਹ ਘਰ ਦਾ ਕੋਈ ਕੰਮ ਵੀ ਨਹੀਂ ਸੀ ਕਰਦੀ, ਫਿਰ ਵੀ ਥੱਕ ਜਾਂਦੀ ਸੀ। ਇਸ ਲਈ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਿਆ। ਸਵੇਰੇ ਉੱਠਦੀ ਤਾਂ ਉਸ ਦੀ ਹਾਲਤ ਅਜੀਬ ਜਿਹੀ ਹੋ ਜਾਂਦੀ ਸੀ। ਅਗਲੇ ਦਿਨ ਵੀ ਅਜਿਹਾ ਹੀ ਹੋਇਆ। 10 ਵਜੇ ਤੱਕ ਸੁੱਤੀ ਰਹੀ, ਪਰ ਜਦੋਂ ਉਹ ਹੋਸਟਲ ਸੀ ਤਾਂ ਸਵੇਰੇ 5 ਵਜੇ ਹੀ ਉੱਠ ਜਾਂਦੀ ਸੀ। ਪਰ ਹੁਣ ਤਾਂ ਉਸਨੇ ਆਪਣੀ ਆਦਤ ਬਦਲ ਦਿੱਤੀ ਸੀ ਤੇ ਦੇਰ ਰਾਤ ਤੱਕ ਜਾਗਦੀ ਰਹਿੰਦੀ ਤੇ ਸਵੇਰੇ ਦੇਰ ਤੱਕ ਸੌਂਦੀ ਰਹਿੰਦੀ। ਮੈਂ ਆਪਣੀ ਧੀ ਨੂੰ ਕੋਈ ਸਵਾਲ ਨਾ ਕੀਤਾ, ਪਰ ਇੱਕ ਦਿਨ ਜਦੋਂ ਸਵੇਰੇ ਉੱਠੀ ਤਾਂ ਲੰਗੜਾ ਕੇ ਤੁਰ ਰਹੀ ਸੀ। ਜਦੋਂ ਉਹ ਬਾਹਰ ਆਈ ਤਾਂ ਕਿਸੇ ਕੰਮ ਲਈ ਸਾਡੇ ਗੁਆਂਢ ਦੀ ਆਂਟੀ ਵੀ ਆਏ ਹੋਏ ਸਨ। ਉਸ ਦੀ ਨਜ਼ਰ ਮੇਰੀ ਧੀ 'ਤੇ ਪਈ ਤਾਂ ਉਸਨੇ ਵੀ ਮੂੰਹ 'ਤੇ ਹੱਥ ਰੱਖ ਲਿਆ। ਮੇਰੀ ਧੀ ਨੂੰ ਕਹਿਣ ਲੱਗੀ ਕਿ ਪੁੱਤ ਇੱਕ ਗਲਾਸ ਪਾਣੀ ਲਿਆ ਕੇ ਦੇ। ਮੈਂ ਸਮਝ ਗਈ ਕਿ ਇਹ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੈ। ਉਸ ਦੇ ਜਾਣ ਤੋਂ ਬਾਅਦ ਆਂਟੀ ਬੋਲੀ ਕਿ ਤੂੰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ? ਤੈਨੂੰ ਆਪਣੀ ਧੀ ਦੀ ਹਾਲਤ ਨਜ਼ਰ ਨਹੀਂ ਆਉਂਦੀ? ਇਸ ਦੀ ਉਮਰ ਹੀ ਕਿੰਨੀ ਕੁ ਹੈ? ਤੈਨੂੰ ਤਾਂ ਇਸ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਭਗਵਾਨ ਨਾ ਕਰੇ ਕੱਲ੍ਹ ਨੂੰ ਕੋਈ ਊਚ ਨੀਚ ਹੋ ਗਈ ਤਾਂ ਤੂੰ ਕਿਸ ਨੂੰ ਉਲਾਂਭਾ ਦੇਵੇਂਗੀ? ਆਪਣੀ ਧੀ ਨੂੰ ਦੇਖ ਕੀ ਕਰਦੀ ਹੈ, ਕਿੱਥੇ ਜਾਂਦੀ ਹੈ? ਉਸ ਦੀ ਇਹ ਹਾਲਤ ਹੁਣੀ ਤੋਂ ਹੀ ਕਿਉਂ ਹੈ? ਇਹ ਤਾਂ ਵਿਆਹੀਆਂ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੀ ਹੈ। ਇਸ ਦੇ ਚੱਲਣ ਫਿਰਨ ਦਾ ਅੰਦਾਜ਼ ਦੇਖ ਤੇ ਇਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ। ਅਜੀਬ ਜਿਹੀਆਂ ਹਰਕਤਾਂ ਨਜ਼ਰ ਆਉਂਦੀਆਂ ਤੇਰੀ ਧੀ ਦੀਆਂ ਅੱਖਾਂ 'ਚ ਮੈਨੂੰ। ਆਂਟੀ ਤਾਂ ਨਜ਼ਰਾਂ ਪੜ੍ਹਨ ਵਾਲੀ ਔਰਤ ਸੀ। ਲੜਕੀ ਦੀ ਚਾਲ ਦੇਖ ਕੇ ਦੱਸ ਦਿੰਦੀ ਸੀ ਕਿ ਉਸ ਦਾ ਕਿਸੇ ਨਾਲ ਸੰਬੰਧ ਹੈ। ਉਸ ਦੀਆਂ ਕਹੀਆਂ ਗੱਲਾਂ ਨੇ ਮੇਰੇ ਪੈਰ ਹੀ ਜ਼ਮੀਨ ਤੋਂ ਉਖਾੜ ਦਿੱਤੇ ਸਨ। ਹੁਣ ਮੈਂ ਸੋਚ ਲਿਆ ਕਿ ਆਪਣੀ ਧੀ 'ਤੇ ਦਿਨ ਰਾਤ ਨਜ਼ਰ ਰੱਖਾਂਗੀ। ਜਿੱਥੇ ਵੀ ਇਹ ਜਾਵੇਗੀ ਮੈਂ ਉਸ ਦਾ ਪਿੱਛਾ ਕਰਾਂਗੀ ਤੇ ਦੇਖਾਂਗੀ ਕਿ ਇਹ ਕੀ ਕਰਦੀ ਹੈ। ਅਗਲੀ ਸਵੇਰ ਜਦੋਂ ਮੇਰੀ ਧੀ ਉੱਠੀ ਤਾਂ ਉਸ ਦੀ ਹਾਲਤ ਬਹੁਤ ਖਰਾਬ ਸੀ। ਕਹਿਣ ਲੱਗੀ, ਮਾਂ ਮੇਰੇ ਪੂਰੇ ਸਰੀਰ 'ਚ ਦਰਦ ਹੋ ਰਿਹਾ ਹੈ, ਮੇਰੇ ਤੇਲ ਮਾਲਿਸ਼ ਕਰ ਦੇ। ਮੈਂ ਕਿਹਾ ਕਿ ਠੀਕ ਹੈ। ਮੈਂ ਗਰਮ ਤੇਲ ਲੈ ਉਸ ਦੇ ਕਮਰੇ 'ਚ ਆਈ ਤਾਂ ਕੁਝ ਸੋਚ ਕੇ ਉਸਨੇ ਮਾਲਿਸ਼ ਕਰਵਾਉਣ ਤੋਂ ਮਨਾ ਕਰ ਦਿੱਤਾ ਤੇ ਬੋਲੀ ਕਿ ਮਾਂ ਰਹਿਣ ਦਿਓ, ਦਰਦ ਠੀਕ ਹੋ ਗਿਆ ਹੈ, ਤੁਸੀਂ ਆਪਣੇ ਕਮਰੇ 'ਚ ਜਾ ਕੇ ਆਰਾਮ ਕਰੋ। ਮੈਂ ਆਪਣੀ ਧੀ ਦੇ ਚਿਹਰੇ ਦੀ ਘਬਰਾਹਟ ਦੇਖ ਕੇ ਸਮਝ ਗਈ ਕਿ ਉਹ ਮੈਨੂੰ ਆਪਣਾ ਸਰੀਰ ਨਹੀਂ ਦਿਖਾਉਣਾ ਚਾਹੁੰਦੀ। ਜ਼ਰੂਰ ਉਸ ਨੂੰ ਮੇਰੇ ਤੋਂ ਕੋਈ ਖਤਰਾ ਸੀ, ਨਾ ਹੀ ਉਸ ਦਾ ਕਿਸੇ ਨਾਲ ਕੋਈ ਸੰਬੰਧ ਸੀ। ਫਿਰ ਅਜਿਹਾ ਕਿਵੇਂ ਹੋ ਸਕਦਾ ਸੀ ਕਿ ਉਹ ਵਿਆਹੀਆਂ ਔਰਤਾਂ ਵਾਲੀਆਂ ਹਰਕਤਾਂ ਕਰ ਰਹੀ ਸੀ? ਮੈਨੂੰ ਸਾਹਮਣੇ ਵਾਲੀ ਆਂਟੀ ਦੀ ਗੱਲ ਯਾਦ ਆਈ ਕਿ ਤੂੰ ਆਪਣੀ ਧੀ 'ਤੇ ਨਜ਼ਰ ਰੱਖਿਆ ਕਰ। ਮੈਂ ਆਪਣੀ ਧੀ ਨੂੰ ਕਿਹਾ ਕਿ ਅੱਜ ਤੇਰੇ ਨਾਲ ਸੌਣਾ ਚਾਹੁੰਦੀ ਹਾਂ, ਇਸ ਲਈ ਤੂੰ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਰੱਖੀ। ਮੇਰੀ ਗੱਲ ਸੁਣ। ਉਸਨੇ ਮੂੰਹ ਬੰਨ੍ਹ ਲਿਆ ਤੇ ਬੋਲੀ ਕਿ ਠੀਕ ਹੈ। ਪਰ ਜਿਵੇਂ ਹੀ ਮੈਂ 1-2 ਘੰਟੇ ਬਾਅਦ ਆਪਣੇ ਕੰਨ ਨਿਟਾ ਕੇ ਆਈ ਤਾਂ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਰੱਖਿਆ ਸੀ। ਮੈਂ ਬਹੁਤ ਹੈਰਾਨ ਹੋਈ ਤੇ ਗੁੱਸਾ ਵੀ ਆਇਆ। ਮੈਂ ਦਰਵਾਜ਼ਾ ਖੜਕਾਉਣ ਲੱਗੀ ਪਰ ਉਹ ਸੋ ਗਈ ਸੀ। ਉਸਨੇ ਦਰਵਾਜ਼ਾ ਨਾ ਖੋਲ੍ਹਿਆ। ਹੁਣ ਤਾਂ ਗੁੱਸੇ ਨਾਲ ਮੇਰਾ ਬੁਰਾ ਹਾਲ ਸੀ ਤੇ ਸ਼ੱਕ ਵੀ ਵੱਖਰਾ ਹੋ ਰਿਹਾ ਸੀ। ਕੋਈ ਜਵਾਨ ਬੇਟੀ ਭਲਾ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੋਵੇ? ਮਾਂ-ਬਾਪ ਉਸ ਬਾਰੇ ਕਿਵੇਂ ਚੰਗਾ ਸੋਚ ਸਕਦੇ ਸਨ? ਸਵੇਰੇ ਮੇਰੀ ਧੀ ਦੀ ਸਿਰਫ ਉਹੀ ਹਾਲਤ ਸੀ। ਮੈਂ ਕਿਹਾ ਕਿ ਅੱਜ ਮੈਂ ਤੇਰੇ ਹੋਸਟਲ ਨਾਲ ਚੱਲਾਂਗੀ। ਉਸਨੇ ਕੁਝ ਦਿਨਾਂ ਤੋਂ ਹੋਸਟਲ ਲਈ ਵੀ 1-2 ਵਜੇ ਦਾ ਸਮਾਂ ਰੱਖਿਆ ਸੀ। ਪਹਿਲਾਂ ਵਾਂਗ ਉਹ ਸਵੇਰੇ ਉੱਠ ਕੇ ਨਹੀਂ ਜਾਂਦੀ ਸੀ, ਸਗੋਂ ਸ਼ਾਮ ਵਾਲੀ ਕਲਾਸ ਜਾਂਦੀ ਸੀ। ਉਸ ਦੀ ਇਹ ਗੱਲ ਵੀ ਮੈਨੂੰ ਪਸੰਦ ਨਾ ਆਈ ਤੇ ਨਾ ਹੀ ਉਸ ਦਾ ਕਾਰਨ ਸਮਝ ਆਇਆ। ਮੈਂ ਸੋਚਿਆ ਕਿ ਰਾਤ ਨੂੰ ਇਸ ਦੇ ਕਮਰੇ 'ਚ ਸੌਣ ਤੋਂ ਚੰਗਾ ਹੈ ਸਭ ਤੋਂ ਪਹਿਲਾਂ ਉਸ ਦੇ ਹੋਸਟਲ ਦਾ ਪਿੱਛਾ ਕਰਾਂਗੀ ਤੇ ਪਤਾ ਕਰਾਂਗੀ ਕਿ ਇਹ ਪੜ੍ਹਨ ਵੀ ਜਾਂਦੀ ਹੈ ਜਾਂ ਫਿਰ ਮੈਨੂੰ ਝੂਠ ਬੋਲਦੀ ਹੈ। ਆਪਣੀ ਧੀ ਦਾ ਪਿੱਛਾ ਕਰਨ ਲਈ ਮੈਂ ਦੁਪਹਿਰੇ 12 ਵਜੇ ਘਰੋਂ ਨਿਕਲੀ। ਮੈਂ ਸਾਹਮਣੇ ਵਾਲੀ ਆਂਟੀ ਜੋ ਮੁਸਲਮਾਨ ਸੀ ਦਾ ਬੁਰਕਾ ਮੰਗ ਕੇ ਪਾ ਲਿਆ ਸੀ।
ਮੈਂ ਆਪਣੀ ਧੀ ਦੇ ਪਿੱਛੇ ਚੱਲ ਪਈ। ਅੱਗੇ ਜਾ ਕੇ ਉਸਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਤੇ ਰਿਕਸ਼ੇ 'ਚ ਬੈਠ ਹੋਸਟਲ ਵੱਲ ਚਲ ਗਈ। ਮੈਂ ਹੈਰਾਨ ਸੀ ਕਿ ਉਸ ਕੋਲ ਇੰਨੇ ਪੈਸੇ ਕਿੱਥੋਂ ਆਏ, ਕਿਉਂਕਿ ਮੈਂ ਤਾਂ ਕਦੇ ਉਸ ਨੂੰ ਪੈਸੇ ਦਿੱਤੇ ਹੀ ਨਹੀਂ ਸਨ। ਮਜਬੂਰਨ ਮੈਨੂੰ ਵੀ ਇੱਕ ਰਿਕਸ਼ਾ ਰੋਕਣਾ ਪਿਆ ਤੇ ਉਸ 'ਚ ਬੈਠੀ ਤੇ ਬੇਟੀ ਦੇ ਹੋਸਟਲ ਪਹੁੰਚੀ। ਮਾਲਕ ਦਾ ਸ਼ੁਕਰ ਸੀ ਕਿ ਉਸ ਹੋਸਟਲ 'ਚ ਹੀ ਰਹਿ ਗਈ ਸੀ। ਇਸ ਤੋਂ ਬਿਨਾਂ ਉਹ ਕਿਤੇ ਨਹੀਂ ਗਈ ਸੀ। ਜਦੋਂ ਉਹ ਹੋਸਟਲ ਗਈ ਤਾਂ ਮੈਂ ਵੀ ਪਿੱਛੇ ਗਈ। ਮੈਂ ਦੇਖਿਆ ਕਿ ਉਹ ਆਪਣੀ ਕਲਾਸ 'ਚ ਜਾ ਰਹੀ ਸੀ। ਮੈਨੂੰ ਹੈਰਾਨੀ ਹੋਈ ਤੇ ਮੈਂ ਸੋਚਿਆ ਕਿ ਚਲੋ ਇੱਥੇ ਤੱਕ ਮੈਨੂੰ ਕੁਝ ਵੀ ਨਹੀਂ ਮਿਲਿਆ। ਆਪਣੀ ਬੇਟੀ ਦੇ ਅਧਿਆਪਕ ਨਾਲ ਗੱਲ ਕਰਾਂ ਤਾਂ ਹੋ ਸਕਦਾ ਕੋਈ ਸੁਰਾਗ ਮਿਲ ਜਾਵੇ। ਪ੍ਰਿੰਸੀਪਲ ਰੂਮ ਦੇ ਨਾਲ ਹੀ ਸਟਾਫ ਰੂਮ ਸੀ। ਮੈਂ ਸਟਾਫ ਰੂਮ ਗਈ ਤਾਂ ਉੱਥੇ ਅਧਿਆਪਕਾ ਮੀਨਾਕਸ਼ੀ ਮਿਲੀ, ਜਿਸ ਨੂੰ ਮੈਂ ਕਾਫੀ ਦਿਨਾਂ ਤੋਂ ਜਾਣਦੀ ਸੀ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੀ ਰੇਨੂ ਨੂੰ ਪੜ੍ਹਾਉਂਦੇ ਹੋ ਤਾਂ ਉਹ ਕਹਿਣ ਲੱਗੀ ਕਿ ਨਹੀਂ, ਪਹਿਲਾਂ ਸਵੇਰ ਵਾਲੀ ਸ਼ਿਫਟ 'ਚ ਉਸ ਨੂੰ ਪੜ੍ਹਾਉਂਦੀ ਸੀ, ਪਰ ਹੁਣ ਉਹ ਸ਼ਾਮ ਵਾਲੀ ਸ਼ਿਫਟ 'ਚ ਪੜ੍ਹਦੀ ਹੈ, ਇਸ ਲਈ ਮੈਂ ਉਸ ਨਾਲ ਗੱਲ ਨਹੀਂ ਕਰ ਸਕਦੀ। ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਇਹ ਸੁਣ ਮੇਰੇ ਕੰਨ ਖੜੇ ਹੋ ਗਏ। ਮੈਂ ਕਿਹਾ ਕਿ ਕੁਝ ਜਾਣਨ ਲਈ ਹੀ ਹੋਸਟਲ ਆਈ ਹਾਂ ਤੇ ਜਾਣਨਾ ਚਾਹੁੰਦੀ ਹਾਂ ਕਿ ਮੇਰੀ ਧੀ ਕਿਸੇ ਗੈਰ ਕਾਨੂੰਨੀ ਕੰਮਾਂ 'ਚ ਤਾਂ ਨਹੀਂ ਪੈ ਗਈ ਜਾਂ ਕੁਝ ਉਲਟੇ ਸਿੱਧੇ ਕੰਮਾਂ 'ਚ ਤਾਂ ਨਹੀਂ ਪੈ ਲੱਗ ਪਈ। ਤੁਸੀਂ ਮੇਰੀ ਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਇਹ ਗੱਲ ਕਿਸੇ ਹੋਰ ਨਾਲ ਨਹੀਂ ਕਰ ਸਕਦੀ, ਕਿਉਂਕਿ ਮੇਰੀ ਧੀ ਦੀ ਇੱਜ਼ਤ ਦਾ ਸਵਾਲ ਹੈ। ਤੁਸੀਂ ਦੱਸੋ, ਮੇਰੀ ਧੀ ਬਾਰੇ ਕੀ ਜਾਣਦੇ ਹੋ? ਭਗਵਾਨ ਨਾ ਕਰੇ ਤੁਹਾਡੀ ਧੀ ਨੂੰ ਕੁਝ ਹੋਵੇ, ਪਰ ਕੁਝ ਦਿਨਾਂ ਤੋਂ ਮੈਂ ਉਸ ਅੰਦਰ ਅਜੀਬ ਜਿਹਾ ਬਦਲਾਅ ਦੇਖ ਰਹੀ ਹਾਂ। ਅਧਿਆਪਕਾ ਦੀ ਗੱਲ ਸੁਣ ਮੇਰਾ ਸਰੀਰ ਕੰਬ ਗਿਆ।